हाँ जी, सत श्री अकाल जी सारिਆਂ ਨੂੰ ਤੇ ਚੈਨਲ ਪੰਜਾਬੀ ਇਨਫੋ ਤੇ ਤੁਹਾਡਾ ਸਭ ਦਾ ਵੈਲਕਮ ਹੈ। ਸੋ ਅੱਜ 23 ਜੁਲਾਈ ਦੁਪਹਿਰ ਤੋਂ ਸ਼ਾਮ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਦੀ। ਪਹਿਲੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਰਾਹਤ ਫੰਡ 'ਚ ਆਏ 67 ਕਰੋੜ ਰੁਪਏ ਖਰਚੇ ਗਏ ਸਿਰਫ 2 ਕਰੋੜ 28 ਲੱਖ। ਪ੍ਰਾਈਵੇਟ ਬੈਂਕਾਂ 'ਚ 64 ਕਰੋੜ ਸਾਂਭੀ ਬੈਠੀ ਹੈ ਪੰਜਾਬ ਸਰਕਾਰ। ਪਿਛਲੇ 4 ਮਹੀਨਿਆਂ ਤੋਂ ਜਦੋਂ ਤੋਂ ਮੁਲਕ 'ਚ ਕਰੋਨਾ ਮਹਾਮਾਰੀ ਫੈਲੀ ਹੈ ਤਾਂ ਹਰ ਕੋਈ ਵਿੱਤ ਮੁਤਾਬਕ ਆਪਣੀ ਇਸ ਲੜਾਈ ਵਿੱਚ ਯੋਗਦਾਨ ਪਾ ਰਿਹਾ ਹੈ। ਜਿੱਥੇ ਗਰੀਬਾਂ ਦੀ ਮਦਦ ਲਈ ਅੱਗੇ ਲੋਕ ਆਏ ਹਨ ਤਾਂ ਸਰਕਾਰਾਂ ਨੂੰ ਵੀ ਕਰੋਨਾ ਮਹਾਮਾਰੀ ਨਾਲ ਲੜਨ ਲਈ ਦਾਨ ਦੇ ਰੂਪ ਵਿੱਚ ਵੱਡੀ ਰਾਸ਼ੀ ਜਮ੍ਹਾਂ ਹੋਈ ਹੈ। ਅਤੇ ਪੰਜਾਬ ਵਿੱਚ ਹੁਣ ਤੱਕ 67 ਕਰੋੜ ਰੁਪਏ ਜਮ੍ਹਾਂ ਹੋਏ ਨੇ, ਜਿਸ ਦੇ ਵਿੱਚੋਂ ਲਗਭਗ 2.5 ਕਰੋੜ ਦੇ ਕਰੀਬ ਖਰਚਿਆ ਗਿਆ ਹੈ ਅਤੇ ਬਾਕੀ ਸਾਰੀ ਰਾਸ਼ੀ ਜੋ ਪੰਜਾਬ ਸਰਕਾਰ ਸਾਂਭੀ ਬੈਠੀ ਹੈ। ਅਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਦਿੱਲੀ ਵਿੱਚ 46 ਲੱਖ ਲੋਕਾਂ ਨੂੰ ਹੋਇਆ ਸੀ ਕਰੋਨਾ। ਆਪਣੇ ਆਪ ਠੀਕ ਹੋਏ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼। ਸੀਰੋ ਸਰਵੇ ਦੇ ਨਤੀਜਿਆਂ ਦੇ ਆਧਾਰ 'ਤੇ ਮੰਨੀਏ ਤਾਂ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਵਿੱਚ ਸਮੂਹਿਕ ਪ੍ਰਤੀਰੋਧ ਤਿਆਰ ਹੋ ਚੁੱਕਿਆ ਹੈ। ਅਤੇ ਪਿਛਲੇ ਦਿਨੀ ਜੋ ਰਿਪੋਰਟ ਆਈ ਹੈ ਇੱਕ ਸਰਵੇ ਦੇ ਮੁਤਾਬਕ ਤਾਂ 23.48% ਲੋਕ ਦਿੱਲੀ ਦੇ ਕਰੋਨਾ ਨਾਲ ਪ੍ਰਭਾਵਿਤ ਹੋਏ ਸਨ, ਜੋ ਆਪਣੇ ਆਪ ਤੰਦਰੁਸਤ ਵੀ ਹੋ ਗਏ। ਦਿੱਲੀ ਦੀ ਆਬਾਦੀ 2 ਕਰੋੜ ਹੈ ਤਾਂ ਉਸ ਦੇ ਆਧਾਰ 'ਤੇ ਲਗਭਗ 23% ਦਾ ਲਗਭਗ 46 ਜਿਹੜੇ ਲੱਖ ਲੋਕ ਨੇ ਉਹ ਇਸ ਵਾਇਰਸ ਦੀ ਚਪੇਟ ਵਿੱਚ ਆ ਕੇ ਤੰਦਰੁਸਤ ਵੀ ਹੋ ਚੁੱਕੇ ਹਨ। ਤਾਂ ਜੋ ਰਿਪੋਰਟਾਂ ਆਈਆਂ ਹਨ, ਟੈਸਟ ਲਏ ਗਏ ਹਨ, ਤਾਂ ਉਹਨਾਂ ਦੇ ਵਿੱਚ ਪਾਇਆ ਗਿਆ ਹੈ ਕਿ ਇਹਨਾਂ ਲੋਕਾਂ ਦੇ ਸਰੀਰ ਵਿੱਚ ਕਰੋਨਾ ਦੇ ਪ੍ਰਤੀ ਐਂਟੀਬੋਡੀਜ਼ ਜਿਹੜੇ ਤਿਆਰ ਹੋ ਚੁੱਕੇ ਨੇ, ਤਾਂ ਜਿਸ ਦੇ ਕਾਰਨ ਇਹ ਆਪਣੇ ਆਪ ਤੰਦਰੁਸਤ ਹੋ ਗਏ। ਸੋ ਅਗਲੀ ਖਬਰ ਹੈ ਕਿ 1 ਅਗਸਤ ਤੋਂ ਇਸ ਬੈਂਕ ਦੇ ਬਦਲ ਜਾਣਗੇ ਨਿਯਮ। ਖਾਤੇ ਅਤੇ ATM ਨਾਲ ਜੁੜੇ ਨਿਯਮ। ਨਵੀਂ ਰੇਟ 22 ਜੁਲਾਈ ਤੋਂ ਲਾਗੂ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ 22 ਮਈ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਨੇ ਰੈਪੋ ਰੇਟ ਨੂੰ 0.40 ਤੋਂ ਘਟਾ ਕੇ 4% ਕਰ ਦਿੱਤਾ ਸੀ। ਤਾਂ ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਬੈਂਕ ਆਫ ਇੰਡੀਆ ਅਤੇ ਯੂਕੋ ਬੈਂਕ ਪਹਿਲਾਂ ਹੀ ਰੈਪੋ ਰੇਟ ਅਤੇ MCLR ਨਾਲ ਸੰਬੰਧਿਤ ਲੋਨ ਦੀਆਂ ਦਰਾਂ ਘਟਾ ਚੁੱਕੇ ਹਨ। ਤਾਂ ਹੁਣ ਨਿੱਜੀ ਬੈਂਕ ਦੇ ਵੱਡੇ ਇੱਕ ਬੈਂਕ RBL ਬੈਂਕ ਨੇ ਆਪਣੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਵਿਆਜ ਦੀਆਂ ਦਰਾਂ ਵਿੱਚ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਆਪਣੇ ਕਾਰਜਕਾਲ ਵਿੱਚ ਵਿਆਜ ਦੀਆਂ ਦਰਾਂ 0.10% ਦੀ ਕਟੌਤੀ ਕੀਤੀ ਹੈ ਅਤੇ ਨਵੇਂ ਰੇਟ 22 ਜੁਲਾਈ ਤੋਂ ਲਾਗੂ ਹੋ ਰਹੇ ਹਨ। ਸੋ ਅਗਲੀ ਖਬਰ ਹੈ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਸਿੱਕਮ ਦੇ CM ਨੂੰ ਗੁਰਦੁਆਰਾ ਗੁਰੂ ਡੋਂਗਮਾਰ ਦੀ ਕੰਧ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ। ਕੇਂਦਰੀ ਫੂਡ ਪ੍ਰੋਸੈਸਿੰਗ ਤੇ ਉਦਯੋਗ ਮੰਤਰੀ ਸ਼੍ਰੀ ਹਰਸਿਮਰਤ ਕੌਰ ਬਾਦਲ ਨੇ ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਗ ਨੂੰ ਅਪੀਲ ਕੀਤੀ ਹੈ ਕਿ ਉੱਤਰੀ ਮੰਗਾਨ ਵਿੱਚ ਗੁਰਦੁਆਰਾ ਗੁਰੂ ਡੋਂਗਮਾਰ ਦੀ ਕੰਧ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਅਤੇ ਗੁਰਦੁਆਰਾ ਸਾਹਿਬ ਦੀ ਲੋੜੀਂਦੀ ਸੁਰੱਖਿਆ ਵੀ ਤੈਨਾਤ ਕੀਤੀ ਜਾਵੇ। ਸੋ ਅਗਲੀ ਖਬਰ ਹੈ ਕਿ ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ। 15% ਵਧੇਗੀ ਤਨਖਾਹ। ਨਵੰਬਰ 2017 ਤੋਂ ਮਿਲੇਗਾ ਏਰੀਅਰ। ਬੈਂਕ ਯੂਨੀਅਨ ਅਤੇ ਇੰਡੀਅਨ IBA ਦੇ ਵਿੱਚ ਸਹਿਮਤੀ ਬਣ ਗਈ ਹੈ। ਇਸ ਬੈਠਕ ਵਿੱਚ ਬੈਂਕ ਕਰਮਚਾਰੀਆਂ ਦੀ ਤਨਖਾਹ 15% ਵਧਾਉਣ ਲਈ ਫੈਸਲਾ ਲਿਆ ਗਿਆ ਹੈ। ਏਰੀਅਰ ਨਵੰਬਰ 2017 ਤੋਂ ਮਿਲੇਗਾ। ਇਹ ਰਾਸ਼ੀ ਲਗਭਗ 7,898 ਕਰੋੜ ਰੁਪਏ ਹੋਵੇਗੀ। ਸੋ ਅਗਲੀ ਖਬਰ ਹੈ ਕਿ ਕ੍ਰਿਕਟ ਪ੍ਰੇਮੀਆਂ ਲਈ ਖਬਰ ਕਿ UAE ਵਿੱਚ 26 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ IPL। 6 ਨਵੰਬਰ ਨੂੰ ਖੇਡਿਆ ਜਾਵੇਗਾ ਫਾਈਨਲ। ਭਾਰਤ ਵਿੱਚ ਲਗਾਤਾਰ ਕਰੋਨਾ ਦੇ ਕੇਸ ਵਧਣ ਦੇ ਕਾਰਨ IPL ਨੂੰ ਇਸ ਸਾਲ 2020 ਦਾ ਜਿਹੜਾ ਸੀਜ਼ਨ ਕਰਵਾਉਣ ਦੇ ਲਈ ਇਸ ਵਾਰ UAE ਦੀ ਧਰਤੀ ਨੂੰ ਪ੍ਰਮੁੱਖ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਅਤੇ ਉਮੀਦ ਬਣ ਰਹੀ ਹੈ ਕਿ ਸਤੰਬਰ ਮਹੀਨੇ ਦੇ ਲਾਸਟ ਹਫਤੇ ਵਿੱਚ IPL ਨੂੰ UAE ਵਿੱਚ ਸ਼ੁਰੂਆਤ ਹੋ ਸਕਦੀ ਹੈ ਅਤੇ ਜਿਸ ਦਾ ਫਾਈਨਲ ਲਗਭਗ ਨਵੰਬਰ ਦੇ ਸ਼ੁਰੂਆਤੀ ਹਫਤੇ ਵਿੱਚ ਹੋ ਜਾਵੇਗਾ। ਅਤੇ ਇਸ ਦੇ ਸੰਬੰਧੀ ਹਾਲੇ BCCI ਵਿੱਚ ਚਰਚਾ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਜਿਹੜਾ ਅੰਤਿਮ ਫੈਸਲਾ ਲਿਆ ਜਾਵੇਗਾ। ਅਤੇ ਅਗਲੀ ਖਬਰ ਹੈ ਕਿ ਹਰਸਿਮਰਤ ਬਾਦਲ ਨੂੰ ਮਿਲੇ ਪੰਜਾਬ ਦੇ ਆੜ੍ਹਤੀਏ। ਖੇਤੀ ਆਰਡੀਨੈਂਸ ਦੀ ਮੁੱਦਿਆਂ ਦੀ ਉਠਾਇਆ ਆਵਾਜ਼। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤੀ ਖੁਰਾਕ ਨਿਗਮ ਨੇ 24 ਫਰਵਰੀ ਨੂੰ ਜੋ ਚਿੱਠੀ ਸਾਰੇ ਸੂਬਿਆਂ ਨੂੰ ਲਿਖ ਕੇ ਭੇਜੀ ਸੀ, ਇਸ ਨੂੰ ਦਰੁਸਤ ਕਰਵਾਉਣ ਲਈ ਖੁਰਾਕ ਵਿਭਾਗ ਨੂੰ ਲਿਖਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਸੰਬੰਧੀ ਪੰਜਾਬ ਦੇ ਖੁਰਾਕ ਵਿਭਾਗ ਅਧਿਕਾਰੀਆਂ ਨੂੰ ਵਾਪਸ ਪੱਤਰ ਭੇਜਣ ਲਈ ਕਿਹਾ ਸੀ, ਜਿਸ ਦਾ ਹੁਣ 5 ਮਹੀਨੇ ਮਗਰੋਂ 15 ਜੁਲਾਈ ਨੂੰ ਪੱਤਰ ਭੇਜਿਆ ਹੈ। ਸੋ ਅਗਲੀ ਖਬਰ ਹੈ ਕਿ ਅੱਜ ਤੋਂ ਤੀਆਂ ਦਾ ਤਿਉਹਾਰ ਸ਼ੁਰੂ। ਤਿਉਹਾਰਾਂ ਨੂੰ ਲੱਗਿਆ ਕਰੋਨਾ ਦਾ ਗਹਿਣ। ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਤੋਂ ਤੀਜ ਤੋਂ ਆਰੰਭ ਹੁੰਦਾ ਹੈ। ਸਾਉਣ ਮਹੀਨੇ ਕੁੜੀਆਂ ਆਪਣੇ ਸਹੁਰਿਆਂ ਤੋਂ ਪੇਕਿਆਂ ਨੂੰ ਆਉਂਦੀਆਂ ਹਨ। ਇਸ ਤਰ੍ਹਾਂ ਪੇਕੇ ਤੋਂ ਪਿੰਡ ਫਿਰ ਸਖੀਆਂ ਸਹੇਲੀਆਂ ਨਾਲ ਮਿਲ ਕੇ ਤੀਆਂ 'ਤੇ ਖੂਬ ਰੌਣਕਾਂ ਲੱਗਦੀਆਂ ਹਨ। ਸੋ ਸਾਉਣ ਮਹੀਨੇ ਤੀਆਂ ਦੇ ਤਿਉਹਾਰ ਦਾ ਨਾਂ ਸੁਣਦਿਆਂ ਹੀ ਕੁੜੀਆਂ ਦੇ ਮਨ ਚਾਅ ਅਤੇ ਖੇੜੇ ਨਾਲ ਭਰ ਜਾਂਦੇ ਹਨ। ਪਰ ਹੁਣ ਇਸ ਵਾਰ ਕਰੋਨਾ ਵਾਇਰਸ ਦਾ ਜਿਹੜਾ ਗ੍ਰਹਿਣ ਉਹ ਤੀਆਂ ਦੇ ਤਿਉਹਾਰ ਉੱਪਰ ਵੀ ਲੱਗ ਚੁੱਕਿਆ ਹੈ। ਜਿੱਥੇ ਸਰਕਾਰ ਵੱਲੋਂ ਵੱਡੇ ਇਕੱਠ ਕਰਨ ਉੱਪਰ ਮਨਾਹੀ ਹੈ, ਤਾਂ ਉਸ ਦੇ ਤਹਿਤ ਤੀਆਂ ਦੇ ਤਿਉਹਾਰ ਵਿੱਚ ਵੀ ਇਸ ਸਾਲ ਜਿਹੜੀਆਂ ਵੱਡੀਆਂ ਰੌਣਕਾਂ ਲੱਗਣ ਦੇ ਉੱਪਰ ਜਿਹੜਾ ਬੜਾ ਵੱਡਾ ਗ੍ਰਹਿਣ ਜਿਹੜਾ ਕਰੋਨਾ ਦੇ ਰੂਪ ਵਿੱਚ ਲੱਗ ਚੁੱਕਿਆ ਹੈ।
ਸੋ ਅਗਲੀ ਖਬਰ ਹੈ ਕਿ ਲੈਂਡ ਪੂਲਿੰਗ ਨੀਤੀ ਵਿੱਚ ਫੇਰਬਦਲ ਦੀ ਮਨਜ਼ੂਰੀ। ਹੁਣ ਜ਼ਮੀਨ ਦੇ ਬਦਲੇ ਜ਼ਮੀਨ ਦੇਵੇਗੀ ਸਰਕਾਰ। ਪੰਜਾਬ ਦੇ ਵਿਕਾਸ ਪ੍ਰਯੋਜਨਾਵਾਂ ਲਈ ਆਪਣੀ ਇੱਛਾ ਮੁਤਾਬਕ ਜ਼ਮੀਨ ਦੇਣ ਵਾਲਿਆਂ ਨੂੰ ਹੁਣ ਜ਼ਮੀਨ ਦੇ ਬਦਲੇ ਜ਼ਮੀਨ ਮਿਲੇਗੀ। ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਫੇਰਬਦਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਜੇਕਰ ਕਿਸੇ ਵੀ ਯੋਜਨਾ ਤਹਿਤ ਸਰਕਾਰ ਜ਼ਮੀਨ ਐਕਵਾਇਰ ਕਰਦੀ ਹੈ ਤਾਂ ਉਸ ਦੇ ਵਿੱਚ ਜ਼ਮੀਨ ਦੇ ਬਦਲੇ ਜ਼ਮੀਨ ਦੇਣ ਦਾ ਜਿਹੜਾ ਫੈਸਲਾ ਉਹ ਸਰਕਾਰ ਨੇ ਲਾਗੂ ਕਰ ਦਿੱਤਾ ਹੈ। ਸੋ ਇਹ ਸਨ ਅੱਜ ਦੀਆਂ ਕੁਝ ਸ਼ਾਮ ਤੱਕ ਦੀਆਂ ਕੁਝ ਖਾਸ ਖਬਰਾਂ। ਬਾਕੀ ਆਉਣ ਵਾਲੇ ਸਮੇਂ ਦੀ ਜਾਣਕਾਰੀ ਅਗਲੀ ਸਵੇਰ ਫਿਰ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ ਜੀ।